ਸੋ ਮੈਂ ਡਾਕਟਰ ਰੁਪਿੰਦਰ ਸਿੰਘ ਹਾਂ, ਪਸ਼ੂ ਸਰੀਰ ਰਚਨਾ ਵਿਭਾਗ, ਜਿਹਨੂੰ ਕਿ ਅਸੀਂ ਵੈਟਰਨਰੀ ਅਨਾਟਮੀ ਵਿਭਾਗ ਵੀ ਕਹਿੰਦੇ ਹਾਂ। ਪਸ਼ੂ ਸਰੀਰ ਰਚਨਾ ਤੁਹਾਨੂੰ ਕਾਫੀ ਸਾਰੀਆਂ ਬਿਮਾਰੀਆਂ ਦੇ ਕਾਰਨਾਂ ਬਾਰੇ ਚੰਗੀ ਜਾਣਕਾਰੀ ਦੇ ਸਕਦੀ ਹੈ। ਸੋ ਮੈਂ ਦੋ ਮੁੱਖ ਜਿਹੜੇ ਪਸ਼ੂ ਦੇ ਸਰੀਰ ਦੇ ਹਿੱਸੇ ਹੁੰਦੇ ਆ, ਇੱਕ ਪਾਚਨ ਪ੍ਰਣਾਲੀ ਅਤੇ ਇੱਕ ਸਾਹ ਪ੍ਰਣਾਲੀ ਬਾਰੇ ਮੈਂ ਤੁਹਾਨੂੰ ਇਹਦੇ 'ਚ ਦੱਸਣਾ ਚਾਹੁੰਦਾ। ਅਤੇ ਜਿਹੜੇ ਪੇਟ ਦੇ ਮੁੱਖ ਅੰਗ ਨੇ, ਸੋ ਆਪਾਂ ਨੂੰ ਇਹਦੇ ਵਿੱਚ ਮੁੱਖ ਤੌਰ 'ਤੇ ਜਿਹੜਾ ਜਾਨਵਰ ਦੇ ਪੇਟ ਦਾ ਅਤੇ ਛਾਤੀ ਦਾ ਸੱਜਾ ਪਾਸਾ ਦਿਖ ਰਿਹਾ। ਜੇ ਆਪਾਂ ਪਾਚਨ ਪ੍ਰਣਾਲੀ ਦੀ ਗੱਲ ਕਰੀਏ ਤਾਂ ਇਹ ਭੋਜਨ ਨਾਲੀ ਤੋਂ ਸ਼ੁਰੂ ਹੁੰਦੀ ਹੈ। ਭੋਜਨ ਨਾਲੀ ਤੋਂ ਸ਼ੁਰੂ ਹੋ ਕੇ ਇਹ ਅੱਗੇ ਜਾ ਕੇ ਪੇਟ 'ਚ ਪਹੁੰਚਦੀ ਹੈ। ਪੇਟ ਦੇ ਵਿੱਚ ਮਿਹਦੇ ਦੇ ਵਿੱਚ ਉਹ ਜਾ ਕੇ ਖੁੱਲ੍ਹਦੀ ਹੈ। ਜਿਹੜੇ ਜੁਗਾਲੀ ਕਰਨ ਵਾਲੇ ਪਸ਼ੂ ਹੈ ਉਹਨਾਂ ਦੇ ਮਿਹਦੇ ਦੇ 4 ਭਾਗ ਹੁੰਦੇ ਆ। ਸੋ ਸਭ ਤੋਂ ਜਿਹੜਾ ਵੱਡਾ ਭਾਗ ਹੁੰਦਾ ਉਹਨੂੰ ਆਪਾਂ ਰਿਊਮਨ ਕਹਿੰਦੇ ਹਾਂ, ਜਾਂ ਪੰਜਾਬੀ ਦੇ ਵਿੱਚ ਉਹਨੂੰ ਓਜਰੀ ਕਹਿ ਦਿੰਦੇ ਹਾਂ। ਉਹ ਮੁੱਖ ਤੌਰ 'ਤੇ ਖੱਬੇ ਪਾਸੇ ਹੁੰਦਾ। ਪੇਟ ਦਾ ਜਿਹੜਾ ਸਾਰਾ ਖੱਬਾ ਪਾਸਾ ਮੁੱਖ ਤੌਰ 'ਤੇ ਉਹਦੇ ਵਿੱਚ ਰਿਊਮਨ ਜਾਂ ਓਜਰੀ ਹੁੰਦੀ ਹੈ। ਦੂਜਾ ਭਾਗ ਰੈਟੀਕੂਲਮ ਹੁੰਦਾ, ਉਹਦਾ ਵੀ ਮੁੱਖ ਹਿੱਸਾ ਜਿਹੜਾ ਖੱਬੇ ਪਾਸੇ ਹੀ ਹੁੰਦਾ। ਤੀਜਾ ਹਿੱਸਾ ਜਿਹੜਾ ਓਮੇਜ਼ਮ ਹੁੰਦਾ ਉਹ ਇੱਥੇ ਇਸ ਜਗ੍ਹਾ 'ਤੇ ਲਿਵਰ ਜਾਂ ਜਿਗਰ ਦੇ ਥੱਲੇ ਸੱਜੇ ਪਾਸੇ ਹੁੰਦਾ। ਅਤੇ ਜਿਹੜਾ ਹਿੱਸਾ ਸਾਨੂੰ ਦਿਖਾਈ ਦੇ ਰਿਹਾ ਜਿੱਤੇ ਪੇਟ ਲਿਖਿਆ ਹੋਇਆ, ਇਹਨੂੰ ਆਪਾਂ ਐਬੋਮੇਜ਼ਮ ਵੀ ਕਹਿੰਦੇ ਹਾਂ। ਅੰਗਰੇਜ਼ੀ 'ਚ ਇਹਨੂੰ ਕਈ ਵਾਰੀ ਇਹਨੂੰ ਟਰੂ ਸਟਮਕ ਵੀ ਕਹਿ ਦਿੰਦੇ ਹਾਂ, ਕਿਉਂਕਿ ਇਹ ਸਾਡੇ ਜਿਹੜਾ ਜਿੱਦਾਂ ਦਾ ਸਾਡਾ ਮਿਹਦਾ ਇਹ ਉਹਦੇ ਵਰਗਾ ਹੀ ਹੁੰਦਾ। ਇਹਦੀ ਤੁਲਨਾ ਆਪਾਂ ਆਪਣੇ ਮਿਹਦੇ ਨਾਲ ਕਰ ਸਕਦੇ ਹਾਂ। ਇਹਦੇ ਜਿਹੜੇ ਕੰਮ ਨੇ ਆਪਣੇ ਮਿਹਦੇ ਵਰਗੇ ਨੇ। ਸੋ ਇਹ ਜਿਹੜਾ ਹੈਗਾ ਜਾਨਵਰ ਦੇ ਜਿਹੜਾ ਪੇਟ ਆ ਉਹਦੇ ਥੱਲੇ ਪਿਆ ਹੁੰਦਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਫਲੋਰ ਆਫ ਐਬਡੋਮਨ 'ਤੇ ਪਿਆ ਹੁੰਦਾ। ਸੋ ਇਸ ਤੋਂ ਬਾਅਦ ਜਿਹੜਾ ਅਗਲਾ ਭਾਗ ਹੈ ਉਹ ਅੰਤੜੀਆਂ ਸ਼ੁਰੂ ਹੁੰਦੀਆਂ। ਅੰਤੜੀਆਂ ਜਿਹੜੀਆਂ ਆਪਾਂ ਨਾਮ ਕਰਕੇ ਆਪਾਂ ਛੋਟੀ ਅਤੇ ਵੱਡੀ ਅੰਤੜੀ ਦੀ ਗੱਲ ਕਰਦੇ ਹਾਂ। ਸੋ ਆਹ ਜਿਹੜਾ ਪਾਰਟ ਹੈ ਇਹ ਛੋਟੀ ਅੰਤੜੀ ਦਾ। ਉਸ ਤੋਂ ਬਾਅਦ ਜਿਹੜੀ ਵੱਡੀ ਅੰਤੜੀ ਸ਼ੁਰੂ ਹੁੰਦੀ ਹੈ। ਸੋ ਵੱਡੀ ਅੰਤੜੀ ਜਾ ਕੇ ਜਿਹੜੀ ਹੈ ਆਪਣੇ ਗੁਦਾ ਦੇ ਵਿੱਚ ਜਾਂਦੀ ਹੈ, ਜਿਹਨੂੰ ਕਿ ਅੰਗਰੇਜ਼ੀ 'ਚ ਰੈਕਟਮ ਕਹਿ ਦਿੰਦੇ ਆ। ਉਸ ਤੋਂ ਬਾਅਦ ਜਿਹੜਾ ਮਲ ਦੁਆਰਾ ਜਿਹੜਾ ਮਲ ਦਾ ਨਿਕਾਸ ਬਾਹਰ ਨੂੰ ਹੋ ਜਾਂਦਾ। ਸੋ ਇਹ ਜਿਹੜਾ ਹਿੱਸਾ ਹੈਗਾ ਇਹ ਪਾਚਨ ਪ੍ਰਣਾਲੀ ਦਾ ਇੱਕ ਜਿਹੜਾ ਹੋਰ ਮੁੱਖ ਅੰਗ ਹੈ ਪਾਚਨ ਪ੍ਰਣਾਲੀ ਦਾ, ਜਿਹੜਾ ਇਹਦੇ ਥੱਲੇ ਪਿਆ। ਇਹ ਜਿਹੜਾ ਪੜਦਾ ਹੈਗਾ ਛਾਤੀ ਅਤੇ ਪੇਟ ਦੇ ਵਿੱਚ, ਇਹਨੂੰ ਆਪਾਂ ਡਾਇਆਫਰਾਮ ਕਹਿੰਦੇ ਹਾਂ। ਡਾਇਆਫਰਾਮ ਦੇ ਥੱਲੇ ਜਿਹੜਾ ਆਪਾਂ ਨੂੰ ਅੰਗ ਦਿਖ ਰਿਹਾ ਉਹ ਲਿਵਰ ਹੈ, ਜਾਂ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਜਿਗਰ ਵੀ ਕਹਿ ਦਿੰਦੇ ਹਾਂ। ਇਹਦੇ ਨਾਲ ਹੀ ਇੱਕ ਇੰਪੋਰਟੈਂਟ ਅੰਗ ਜਿਹੜਾ ਸਰੀਰ ਦਾ ਗੁਰਦਾ, ਜਿਹੜਾ ਸੱਜਾ ਗੁਰਦਾ, ਉਹ ਵੀ ਜਿਗਰ ਦੇ ਨਾਲ ਹੀ ਲੱਗਿਆ ਹੁੰਦਾ। ਸੋ ਇਹ ਵੀ ਇੱਕ ਇੰਪੋਰਟੈਂਟ ਅੰਗ ਹੈ ਕਿ ਜਿਹੜਾ ਸੱਜਾ ਗੁਰਦਾ ਉਹ ਲਿਵਰ ਦੇ ਨਾਲ ਹੀ ਜਿਗਰ ਦੇ ਨਾਲ ਹੀ ਲੱਗਿਆ ਹੁੰਦਾ। ਸੋ ਪਾਚਨ ਪ੍ਰਣਾਲੀ ਦੇ ਜਿਹੜੇ ਮੁੱਖ ਅੰਗ ਆਪਾਂ ਇੱਥੇ ਦੇਖ ਸਕਦੇ ਹਾਂ, ਭੋਜਨ ਨਾਲੀ ਤੋਂ ਸ਼ੁਰੂ ਹੋ ਕੇ ਮਿਹਦੇ ਦਾ ਜਿਹੜਾ ਚੌਥਾ ਪਾਰਟ ਆ, ਜਿਹਨੂੰ ਚੌਥਾ ਪੇਟ ਕਹਿੰਦੇ ਆ ਜਾਂ ਐਬੋਮੇਜ਼ਮ ਕਹਿੰਦੇ ਆ ਅੰਗਰੇਜ਼ੀ, ਉਹ ਦਿਖ ਰਿਹਾ। ਉਸ ਤੋਂ ਬਾਅਦ ਛੋਟੀ ਅਤੇ ਵੱਡੀ ਅੰਤੜੀ ਦਿਖ ਰਹੀ ਹੈ। ਅਤੇ ਉਸ ਤੋਂ ਬਾਅਦ ਜਿਹੜਾ ਗੁਦਾ ਅਤੇ ਮਲ ਦੁਆਰ ਦੇ ਭਾਗ ਇਹਦੇ 'ਚ ਦਿਖਾਈ ਦੇ ਰਹੇ ਨੇ। ਜੇ ਆਪਾਂ ਛਾਤੀ ਦੀ ਗੱਲ ਕਰੀਏ ਤਾਂ ਸਾਨੂੰ ਇਹ ਸਾਹ ਨਾਲੀ ਹੈ। ਸਾਹ ਨਾਲੀ ਅੱਗੇ ਜਾ ਕੇ ਫੇਫੜਿਆਂ ਦੇ ਵਿੱਚ ਖੁੱਲ੍ਹੇਗੀ। ਸੋ ਸਾਨੂੰ ਦੋਨੇ ਫੇਫੜੇ ਦਿਖ ਰਹੇ ਆ। ਪਹਿਲਾਂ ਵੀ ਮੈਂ ਗੱਲ ਕਰ ਚੁੱਕਿਆ ਕਿ ਇਹ ਡਾਇਆਫਰਾਮ ਹੈ। ਡਾਇਆਫਰਾਮ ਇੱਕ ਪੜਦਾ ਹੁੰਦਾ ਛਾਤੀ ਅਤੇ ਪੇਟ ਦੇ ਵਿੱਚ। ਸੋ ਇਹਦੇ ਨਾਲ ਵੀ ਕਈ ਜਿਹੜੀਆਂ ਬਿਮਾਰੀਆਂ ਡਾਇਆਫਰਾਮ ਨਾਲ ਵੀ ਸੰਬੰਧਿਤ ਜਿਹੜੀਆਂ ਜਾਨਵਰਾਂ 'ਚ ਹੋ ਜਾਂਦੀਆਂ। ਕਈ ਵਾਰੀ ਕਈ ਅੰਗ ਡਾਇਆਫਰਾਮ 'ਚੋਂ ਲੰਘ ਕੇ ਛਾਤੀ ਦੇ ਵਿੱਚ ਚਲੇ ਜਾਂਦੇ ਆ। ਸੋ ਇਸ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਉਹ ਪਾਈਆਂ ਜਾਂਦੀਆਂ। ਸੋ ਇਹ ਜਿਹੜੇ ਮੁੱਖ ਅੰਗ ਨੇ। ਇਸ ਤੋਂ ਜਿਹੜਾ ਸਭ ਤੋਂ ਇੰਪੋਰਟੈਂਟ ਜਿਹੜਾ ਇੱਕ ਹੋਰ ਅੰਗ ਆ ਉਹ ਪ੍ਰਜਨਨ ਪ੍ਰਣਾਲੀ ਦਾ ਜਿਹੜਾ ਹਿੱਸਾ ਹੁੰਦਾ। ਸੋ ਇੱਕ ਪ੍ਰਜਨਨ ਪ੍ਰਣਾਲੀ ਦੇ ਵਿੱਚ ਅਸੀਂ ਇੱਕ ਹੋਰ ਮਾਡਲ ਜਿਹੜਾ ਸਾਡੇ ਵਿਦਿਆਰਥੀਆਂ ਨੇ ਬਣਾਇਆ ਉਹ ਵੀ ਵਰਤ ਲੈਂਦੇ ਹਾਂ। ਸੋ ਉਹਦੇ ਲਈ ਜਿਹੜਾ ਸਭ ਤੋਂ ਮੁੱਖ ਅੰਗ ਹੈ ਉਹਨੂੰ ਆਪਾਂ ਅੰਗਰੇਜ਼ੀ 'ਚ ਓਵਰੀ ਕਹਿੰਦੇ ਹਾਂ, ਪੰਜਾਬੀ 'ਚ ਆਪਾਂ ਆਂਡੇਦਾਨੀ ਕਹਿ ਦਿੰਦੇ ਹਾਂ। ਓਵਰੀ ਜਿਹੜੀ ਹੈ ਉੱਥੇ ਆਂਡੇ ਨੇ ਬਣਨਾ। ਉਸ ਤੋਂ ਬਾਅਦ ਆਂਡੇ ਨੇ ਜਿਹੜਾ ਨੈਕਸਟ ਭਾਗ ਹੈ ਉਹਨੂੰ ਓਵੀਡਕਟ ਕਹਿੰਦੇ ਆ। ਓਵੀਡਕਟ ਨੂੰ ਆਪਾਂ ਪੰਜਾਬੀ 'ਚ ਅੰਡ ਨਾਲੀ ਵੀ ਕਹਿ ਸਕਦੇ ਹਾਂ। ਇਹਦੇ ਥਰੂ ਆਂਡੇ ਨੇ ਅੱਗੇ ਜਾਣਾ। ਤਾਂ ਉਸ ਤੋਂ ਬਾਅਦ ਆਮ ਕਰਕੇ ਜਿਹੜੀ ਆਂਡੇ ਅਤੇ ਸ਼ੁਕਰਾਣੂ ਦਾ ਮੇਲ ਹੁੰਦਾ ਉਹ ਇਸ ਅੰਡ ਨਾਲੀ ਦੇ ਵਿੱਚ ਹੀ ਹੁੰਦਾ। ਉਸ ਤੋਂ ਬਾਅਦ ਜਿਹੜਾ ਅਗਲਾ ਹਿੱਸਾ ਹੈਗਾ ਉਹ ਅੰਡ ਨਾਲੀ ਦਾ ਹੈਗਾ। ਜਿਹੜਾ
ਸ਼ੁਕਰਾਣੂ ਤੇ ਆਂਡੇ ਦਾ ਮੇਲ ਹੈ ਉਹ ਅੰਡ ਨਾਲੀ 'ਚ ਹੁੰਦਾ। ਉਸ ਤੋਂ ਬਾਅਦ ਜਿਹੜਾ ਬਣਦਾ ਭਰੂਣ ਆ ਉਹ ਬੱਚੇਦਾਨੀ 'ਚ ਆਉਂਦਾ। ਇਹ ਜਿਹੜਾ ਹਿੱਸਾ ਇਹ ਬੱਚੇਦਾਨੀ ਦਾ। ਸੋ ਜੇ ਆਪਾਂ ਮਸਨੂਈ ਗਰਭਦਾਨ ਦੀ ਗੱਲ ਕਰੀਏ ਤਾਂ ਮਸਨੂਈ ਗਰਭਦਾਨ ਦੇ ਵਿੱਚ ਆਪਾਂ ਜਿਹੜੀ AI ਗਨ ਹੈ ਆਪਾਂ ਵਲਵਾ ਯਾਨੀ ਕਿ ਸੂਹ ਦੇ ਥਰੂ ਆਪਾਂ ਬੱਚੇਦਾਨੀ ਦੇ ਮੂੰਹ ਵਿੱਚੋਂ ਦੀ ਆਪਾਂ ਬੱਚੇਦਾਨੀ 'ਚ ਪਹੁੰਚਾਉਂਦੇ ਹਾਂ ਅਤੇ ਜਿਹੜਾ ਸ਼ੁਕਰਾਣੂ ਨੇ ਆਪਾਂ ਬੱਚੇਦਾਨੀ ਦੇ ਵਿੱਚ ਉਹ ਪਹੁੰਚਦੇ ਨੇ। ਸੋ ਉਹ ਉਸ ਤੋਂ ਬਾਅਦ ਆਪ ਉਹ ਅੰਡ ਨਾਲੀ 'ਚ ਪਹੁੰਚ ਕੇ ਆਂਡੇ ਦੇ ਨਾਲ ਉਹਨਾਂ ਦਾ ਮਿਲਾਪ ਹੁੰਦਾ। ਬੱਚੇਦਾਨੀ ਦੇ ਮੁੱਖ ਹਿੱਸੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਅੰਡੇਦਾਨੀ ਹੈ, ਅੰਡ ਨਾਲੀ ਹੈ, ਇਹ ਬੱਚੇਦਾਨੀ ਹੈ। ਬੱਚੇਦਾਨੀ ਦਾ ਮੂੰਹ ਆ ਜਿਹਨੂੰ ਆਪਾਂ ਸਰਵਿਕਸ ਵੀ ਕਹਿੰਦੇ ਹਾਂ। ਉਸ ਤੋਂ ਬਾਅਦ ਵਜਾਈਨਾ ਜਿਹਨੂੰ ਆਪਾਂ ਯੋਨੀ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ, ਅਤੇ ਉਸ ਤੋਂ ਬਾਅਦ ਵਲਵਾ ਜਿਹਨੂੰ ਕਿ ਆਪਾਂ ਪੰਜਾਬੀ ਦੇ ਵਿੱਚ ਸੂ ਵੀ ਕਹਿ ਦਿੰਦੇ ਹਾਂ। ਸੋ ਇਹ ਵੱਖੋ ਵੱਖਰੇ ਹਿੱਸੇ ਨੇ। ਸੋ ਜਦੋਂ ਵੀ ਆਪਾਂ ਮਸਨੂਈ ਗਰਭਦਾਨ ਕਰਦੇ ਹਾਂ ਤਾਂ ਆਪਾਂ ਪ੍ਰਜਨਨ ਅੰਗਾਂ ਦੇ ਉੱਪਰ ਜਿਹੜਾ ਹਿੱਸਾ ਉਹ ਰੈਕਟਮ ਦਾ ਹੁੰਦਾ, ਜਿਹਨੂੰ ਆਪਾਂ ਗੁਦਾ ਕਹਿੰਦੇ ਹਾਂ। ਰੈਕਟਮ ਦੇ ਵਿੱਚੋਂ ਆਪਾਂ ਹੱਥ ਪਾ ਕੇ ਆਪਾਂ AI ਗਨ ਜਾਂ AI ਕਰਨ ਲਈ ਜਿਹੜਾ ਵੀ ਯੰਤਰ ਯੂਜ਼ ਕਰਦੇ ਹਾਂ ਉਹਨੂੰ ਆਪਾਂ ਡਾਇਰੈਕਟ ਕਰ ਸਕਦੇ ਹਾਂ। ਆਪਾਂ ਬੱਚੇਦਾਨੀ ਨੂੰ ਦੇ ਮੂੰਹ ਨੂੰ ਪਕੜ ਕੇ ਜਿਹੜਾ AI ਗਨ ਹੈ ਉਹਨੂੰ ਇਹਦੇ ਥਰੂ ਪਾਸ ਕਰ ਸਕਦੇ ਹਾਂ। ਸੋ ਪ੍ਰਜਨਨ ਅੰਗਾਂ ਦੇ ਜਿਹੜਾ ਥੱਲੇ ਪਿਆ ਹੁੰਦਾ ਅੰਗ ਉਹ ਹੁੰਦਾ ਪਿਸ਼ਾਬ ਦੀ ਥੈਲੀ, ਜਿਹਨੂੰ ਕਿ ਆਪਾਂ ਯੂਰਨਰੀ ਬਲੈਡਰ ਵੀ ਕਹਿ ਦਿੰਦੇ ਹਾਂ। ਸੋ ਉਹ ਬੱਚੇਦਾਨੀ ਦੇ ਥੱਲੇ ਪਈ ਹੁੰਦੀ ਹੈ। ਸੋ ਇਹ ਵੱਖੋ ਵੱਖਰੇ ਅੰਗ ਨੇ ਜਿਹੜੇ ਕਿ ਆਪਾਂ ਨੂੰ ਦਿਖਾਈ ਦਿੰਦੇ ਨੇ। ਸੋ ਪ੍ਰਜਨਨ ਪ੍ਰਣਾਲੀ ਦੇ ਉੱਪਰ ਜਿਹੜਾ ਹਿੱਸਾ ਉਹ ਰੈਕਟਮ ਜਾਂ ਗੁਦਾ ਦਾ ਹੁੰਦਾ ਅਤੇ ਜਿਹੜਾ ਥੱਲੇ ਪਿਆ ਹੋਇਆ ਹਿੱਸਾ ਉਹ ਪਿਸ਼ਾਬ ਦੀ ਥੈਲੀ ਦਾ ਹੁੰਦਾ। ਸੋ ਇਹ ਜਿਹੜਾ ਆਪਾਂ ਨੂੰ ਹੱਡੀਆਂ ਦਿਖ ਰਹੀਆਂ ਨੇ ਇਹ ਆਪਾਂ ਜਿਸ ਤਰ੍ਹਾਂ ਕਿ ਆਪਣਾ ਚੂਲਾ ਹੁੰਦਾ, ਇਹ ਵੀ ਜਾਨਵਰ ਦਾ ਚੂਲੇ ਦੀਆਂ ਹੱਡੀਆਂ ਨੇ। ਇਹ ਅਸਲੀ ਹੱਡੀਆਂ ਅਸੀਂ ਵਰਤੀਆਂ ਨੇ ਇਸ ਮਾਡਲ ਦੇ ਵਿੱਚ। ਸੋ ਇਹ ਕੁਛ ਜਿਹੜੇ ਅੰਗ ਨੇ ਪ੍ਰਜਨਨ ਪ੍ਰਣਾਲੀ ਦੇ ਮੁੱਖ ਅੰਗ ਨੇ। ਸੋ ਇਹ ਕੁਛ ਗੱਲਾਂ ਨੇ ਜਿਹੜੀਆਂ ਕਿ ਆਪਾਂ ਪ੍ਰਜਨਨ ਪ੍ਰਣਾਲੀ ਬਾਰੇ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਸੀ। ਪਸ਼ੂ ਪਾਲਕ ਵੀਰੋ, ਆਪਾਂ ਪਹਿਲਾਂ ਵੀ ਪਾਚਨ ਪ੍ਰਣਾਲੀ ਦੀ ਗੱਲ ਕਰ ਰਹੇ ਸੀ। ਆਪਾਂ ਗੱਲ ਕੀਤੀ ਸੀ ਕਿ ਜਿਹੜੇ ਜਗਾਲੀ ਕਰਨ ਵਾਲੇ ਜਾਨਵਰ ਆ ਉਹਨਾਂ ਦੇ 4 ਪੇਟ ਹੁੰਦੇ ਆ। ਇਹਦੇ ਵਿੱਚ ਅਸੀਂ ਤੁਹਾਨੂੰ ਜੋ ਮੁੱਖ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਆ ਉਹ ਆ ਮੱਝ ਦੇ ਦਿਲ ਦੇ ਵਿੱਚ ਕਿੱਲ ਦਾ ਖੁੱਭਣਾ। ਦਿਲ ਤੋਂ ਇਲਾਵਾ ਜਿਹੜਾ ਕਿੱਲ ਆ ਉਹ ਹੋਰ ਵੀ ਕਈ ਅੰਗਾਂ ਦੇ ਵਿੱਚ ਜਾ ਸਕਦਾ, ਉਹ ਜਿਗਰ ਦੇ ਵਿੱਚ ਜਾ ਸਕਦਾ, ਉਹ ਜਿਹੜੀ ਝਿੱਲੀ ਆਪਣੇ ਪੇਟ ਨੂੰ ਦੇ ਨਾਲ ਲੱਗੀ ਹੁੰਦੀ ਹੈ ਉਹਦੇ ਵਿੱਚ ਇਨਫੈਕਸ਼ਨ ਪੈਦਾ ਕਰ ਸਕਦਾ। ਸੋ ਇਹ ਜਿਹੜੀ ਚੀਜ਼ ਇਹ ਮਾਡਲ ਦੇ ਵਿੱਚ ਦਿਖਾਈ ਗਈ ਹੈ ਇਹ ਭੋਜਨ ਨਾਲੀ ਹੈ। ਭੋਜਨ ਨਾਲੀ ਜਾਂ ਈਸੋਫੇਗਸ ਵੀ ਆਪਾਂ ਇਹਨੂੰ ਅੰਗਰੇਜ਼ੀ 'ਚ ਕਹਿ ਦਿੰਦੇ ਹਾਂ। ਸੋ ਇਹ ਆਪਾਂ ਜਿਹੜਾ ਵੱਡਾ ਹਿੱਸਾ ਦਿਖਾਇਆ ਹੋਇਆ ਇਹ ਆਹ ਵਾਲਾ ਹਿੱਸਾ ਜਿਹੜਾ ਇਹ ਮੱਝ ਦਾ ਪਹਿਲਾ ਪੇਟ ਜਾਂ ਜਿਹਨੂੰ ਓਜਰੀ ਵੀ ਕਹਿ ਦਿੰਦੇ ਆ ਜਾਂ ਅੰਗਰੇਜ਼ੀ ਦੇ ਵਿੱਚ ਆਪਾਂ ਇਹਨੂੰ ਰਿਊਮਨ ਕਹਿੰਦੇ ਹਾਂ। ਜਿਹੜਾ ਦੂਜਾ ਹਿੱਸਾ ਹੁੰਦਾ, ਦੂਜਾ ਪੇਟ ਹੈ, ਉਹ ਰੈਟੀਕੁਲਮ ਹੁੰਦਾ। ਰੈਟੀਕੁਲਮ ਜਿਹੜਾ ਹੈਗਾ ਜਿਸ ਤਰ੍ਹਾਂ ਕਿ ਆਪਾਂ ਇਹਨੂੰ ਕਹਿੰਦੇ ਹਾਂ ਕਿ ਇਹਦਾ ਜਿਹੜਾ ਅੰਦਰਲਾ ਹਿੱਸਾ ਹਨੀਕੋਮ, ਜਿੱਦਾਂ ਕਿ ਛੱਤਾ ਹੁੰਦਾ ਮਖਿਆਲ ਦਾ, ਉਸ ਤਰ੍ਹਾਂ ਦਾ ਇਹਦਾ ਜਿਹੜਾ ਅੰਦਰਲਾ ਹਿੱਸਾ ਦਿਖਾਈ ਦਿੰਦਾ। ਤੀਜਾ ਹਿੱਸਾ ਜਿਹੜਾ ਹੈਗਾ ਉਹ ਆਮ ਕਰਕੇ ਸੱਜੇ ਪਾਸੇ ਹੁੰਦਾ। ਚੌਥਾ ਹਿੱਸਾ ਜਿਹੜਾ ਅਸਲੀ ਪੇਟ ਵੀ ਇਹਨੂੰ ਕਹਿ ਦਿੰਦੇ ਆ ਉਹ ਹੁੰਦਾ ਐਬੋਮੇਜ਼ਮ ਜਾਂ ਇਹਨੂੰ ਆਪਾਂ ਚੌਥਾ ਪੇਟ ਕਹਿ ਦਿੰਦੇ ਹਾਂ। ਇਹ ਚੌਥਾ ਹਿੱਸਾ ਹੈਗਾ ਮੱਝ ਦੇ ਜਾਂ ਜਗਾਲੀ ਕਰਨ ਵਾਲੇ ਜਾਨਵਰਾਂ ਦੇ ਪੇਟ ਦਾ। ਇੱਥੇ ਅਸੀਂ ਇਹਨੂੰ ਮੱਝ ਦੇ ਨਾਲ ਹੀ ਕੋਰਲੇਟ ਪੰਜ ਦੇ ਨਾਲ ਹੀ ਇਹਦਾ ਸੰਬੰਧ ਦਿਖਾਵਾਂਗੇ। ਸੋ ਇਹ ਪਹਿਲਾ ਪੇਟ ਹੈ, ਇਹ ਜਿਹੜਾ ਹੈਗਾ ਦੂਜਾ ਪੇਟ ਹੈ। ਤੀਜਾ ਪੇਟ ਜਿਹੜਾ ਸੱਜੇ ਪਾਸੇ ਹੁੰਦਾ ਉਹ ਆਪਾਂ ਨੂੰ ਇਸ ਮਾਡਲ ਦੇ ਵਿੱਚ ਨਹੀਂ ਦਿਖ ਰਿਹਾ। ਇਹ ਜਿਹੜਾ ਚੌਥਾ ਪੇਟ ਆ ਜਿਹਨੂੰ ਆਪਾਂ ਐਬੋਮੇਜ਼ਮ ਕਹਿੰਦੇ ਹਾਂ। ਸੋ ਰਿਊਮਨ ਪਹਿਲਾ ਪੇਟ ਹੁੰਦਾ, ਰੈਟੀਕੁਲਮ ਦੂਜਾ, ਓਮੇਜ਼ਮ ਜਿਹੜਾ ਤੀਜਾ ਪੇਟ ਹੁੰਦਾ ਅਤੇ ਐਬੋਮੇਜ਼ਮ ਜਿਹੜਾ ਚੌਥਾ ਪੇਟ ਹੁੰਦਾ। ਸੋ ਇਸ ਮਾਡਲ ਦੇ ਵਿੱਚ ਅਸੀਂ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ ਕਿ ਜਿਹੜੇ ਜਾਨਵਰ ਨੇ ਉਹ ਖਾਣ ਵੇਲੇ ਕੋਈ ਬਹੁਤਾ ਇਹ ਨਹੀਂ ਦੇਖਦੇ ਕਿ ਉਹ ਕੀ ਖਾ ਰਹੇ ਨੇ। ਜਿਵੇਂ ਅੰਗਰੇਜ਼ੀ 'ਚ ਆਪਾਂ ਕਹਿ ਦਿੰਦੇ ਹਾਂ ਕਿ ਇਨਡਿਸਕ੍ਰਿਮੀਨੇਟ ਈਟਰ ਹੁੰਦੇ ਆ। ਆਪਾਂ ਖਾਣ ਵੇਲੇ ਦਾਲ ਦੇ ਵਿੱਚ ਕਹਿ ਦਿੰਦੇ ਹਾਂ ਕਿ ਰੋੜ ਪਿਆ, ਪਰ ਜਾਨਵਰ ਇਸ ਤਰ੍ਹਾਂ ਦਾ ਕੋਈ ਵੀ ਚੀਜ਼ ਨਹੀਂ ਦੇਖਦੇ। ਉਹ ਖਾਣ ਵੇਲੇ ਕਿੱਲਾਂ ਜਾਂ ਹੋਰ ਤਿੱਖੀਆਂ ਚੀਜ਼ਾਂ ਵੀ ਆਪਣੇ ਭੋਜਨ ਦੇ ਨਾਲ ਲੈ ਲੈਂਦੇ ਆ ਅਤੇ ਉਹ ਤਿੱਖੀਆਂ ਚੀਜ਼ਾਂ ਜਾ ਕੇ ਆਮ ਕਰਕੇ ਰੈਟੀਕੁਲਮ ਜਿਹੜਾ ਭੋਜਨ ਨਾਲੀ ਦੇ ਥੱਲੇ ਪਿਆ ਹੁੰਦਾ ਉਹਦੇ ਵਿੱਚ ਚਲੀਆਂ ਜਾਂਦੀਆਂ ਨੇ। ਸੋ ਜਦੋਂ ਹੀ ਇਹ ਰੈਟੀਕੁਲਮ ਦੇ ਵਿੱਚ ਪਹੁੰਚਦੀਆਂ ਨੇ
ਤਾਂ ਹੌਲੀ ਹੌਲੀ ਰਿਊਮਨ, ਕਿਉਂਕਿ ਰਿਊਮਨ ਜਾਂ ਪਹਿਲਾ ਪੇਟ ਜਾਂ ਉਹ ਤੇ ਉਹਦੇ ਨਾਲ ਰੈਟੀਕੂਲਮ ਜਿਹੜੇ ਆ ਲਗਾਤਾਰ ਉਹਨਾਂ ਦੀ ਮੂਵਮੈਂਟ ਹੁੰਦੀ ਰਹਿੰਦੀ ਹੈ, ਉਹਨਾਂ ਦੀਆਂ ਕੰਟਰੈਕਸ਼ਨਸ ਹੁੰਦੀਆਂ ਰਹਿੰਦੀਆਂ ਨੇ। ਤਾਂ ਉਹਨਾਂ ਕੰਟਰੈਕਸ਼ਨਸ ਜਾਂ ਮੂਵਮੈਂਟ ਚੱਲਣ ਦੇ ਨਾਲ ਉਹ ਤਿੱਖੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਈ ਵਾਰੀ ਆਹ ਡਾਇਆਫਰਾਮ ਜਾਂ ਜਿਹੜਾ ਛਾਤੀ ਤੇ ਪੇਟ ਦੇ ਵਿੱਚ ਪਰਦਾ ਇਹਨੂੰ ਪਾੜ ਕੇ ਨਿਕਲ ਜਾਂਦੀਆਂ ਨੇ ਅਗਲੇ ਪਾਸੇ। ਅਗਲੇ ਪਾਸੇ ਇਹਦੇ ਜਿਹੜਾ ਅੰਗ ਜਿਹੜਾ ਸਭ ਤੋਂ ਇੰਪੋਰਟੈਂਟ ਆ ਉਹ ਦਿਲ ਹੁੰਦਾ। ਸੋ ਜਦੋਂ ਇਹ ਦਿਲ ਦੇ ਵਿੱਚ ਚਲੀਆਂ ਜਾਂਦੀਆਂ ਨੇ ਤਾਂ ਆਪਾਂ ਕਹਿ ਦਿੰਦੇ ਹਾਂ ਕਿ ਇਹ ਇੱਕ ਬਿਮਾਰੀ ਜਿਹਨੂੰ ਆਪਾਂ ਟਰੋਮੈਟਿਕ ਰੈਟੀਕੂਲੋ ਪੈਰੀਕਾਰਡੀਆਈਟਿਸ ਕਹਿੰਦੇ ਆ। ਸੋ ਉਹ ਹੋ ਜਾਂਦੀ ਹੈ, ਆਮ ਕਰਕੇ ਆਪਾਂ ਇਹਨੂੰ TRP ਵੀ ਕਹਿ ਦਿੰਦੇ ਹਾਂ। ਇਸ ਤੋਂ ਇਲਾਵਾ ਇਹ ਕਿੱਲ ਹੋਰ ਵੀ ਕਈ ਅੰਗਾਂ 'ਚ ਜਾ ਸਕਦੇ ਆ, ਸੱਜੇ ਪਾਸੇ ਲਿਵਰ 'ਚ ਵੀ ਜਾ ਸਕਦੇ ਨੇ। ਕਈ ਜਿਹੜੀ ਪੇਟ ਦੀ ਝਿੱਲੀ ਹੁੰਦੀ ਆ ਉਹਦੇ ਵਿੱਚ ਵੀ ਇਹ ਇਨਫੈਕਸ਼ਨ ਪੈਦਾ ਕਰ ਸਕਦੇ ਨੇ। ਸੋ ਇਹ ਸਾਰੀਆਂ ਚੀਜ਼ਾਂ ਇਹਦੇ ਨਾਲ ਹੋ ਸਕਦੀਆਂ। ਇਹ ਜਾਨਵਰ ਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਅਲਾਮਤਾਂ ਉਹਨਾਂ ਨੂੰ ਪੈਦਾ ਕਰਦਾ ਜਦੋਂ ਕਿੱਲ ਖਾਸ ਕਰਕੇ ਦਿਲ ਦੇ ਵਿੱਚ ਚਲਿਆ ਜਾਂਦਾ। ਸੋ ਇਹ ਸਾਰੀ ਚੀਜ਼ ਨੂੰ ਰੋਕਣ ਲਈ ਯੂਨੀਵਰਸਿਟੀ ਨੇ ਸਿਫਾਰਿਸ਼ ਕੀਤੀ ਹੈ ਕਿ ਤੁਸੀਂ ਜਾਨਵਰ ਨੂੰ ਚੁੰਬਕ ਦੇ ਸਕਦੇ ਹੋ। ਸੋ ਅਸੀਂ ਜਦੋਂ ਚੁੰਬਕ ਦਿੰਦੇ ਹਾਂ ਤਾਂ ਉਹ ਇਸ ਹਿੱਸੇ ਵਿੱਚ ਆ ਕੇ ਜਿਹੜਾ ਦੂਜਾ ਪੇਟ ਹੈ ਜਾਂ ਰੈਟੀਕੂਲਮ ਆ ਉਹਦੇ ਵਿੱਚ ਆ ਕੇ ਸੈੱਟ ਹੋ ਜਾਂਦਾ। ਅਤੇ ਜੋ ਵੀ ਚੀਜ਼ ਆਪਾਂ ਨੂੰ ਕੋਈ ਵੀ ਤਿੱਖੀ ਚੀਜ਼ ਇੱਥੇ ਆਏਗੀ ਉਹ ਇਸ ਚੁੰਬਕ ਦੇ ਨਾਲ ਆ ਕੇ ਲੱਗ ਜਾਏਗੀ। ਜੋ ਵੀ ਕਿੱਲ, ਮੇਖਾਂ ਜਾਂ ਕੋਈ ਵੀ ਚੀਜ਼ ਜਿਹੜੀ ਹੈ ਇਹਦੇ ਵਿੱਚ ਦੂਜੇ ਪੇਟ ਦੇ ਵਿੱਚ ਆਏਗੀ ਤਾਂ ਉਹ ਇਸ ਚੁੰਬਕ ਦੇ ਨਾਲ ਆ ਕੇ ਲੱਗ ਜਾਏਗੀ ਅਤੇ ਉਹ ਇਹਦੀ ਰੈਟੀਕੂਲਮ ਨੂੰ ਜਾਂ ਡਾਇਆਫਰਾਮ ਨੂੰ ਪਾੜ ਕੇ ਅੱਗੇ ਨਹੀਂ ਜਾਏਗੀ, ਇਸ ਚੁੰਬਕ ਨਾਲ ਲੱਗੀ ਰਹੇਗੀ। ਸੋ ਇਹ ਚੁੰਬਕ ਦੀ ਸਿਫਾਰਿਸ਼ ਅਸੀਂ ਜਿਹੜੀ ਯੂਨੀਵਰਸਿਟੀ ਨੇ ਕੀਤੀ ਹੈ ਅਤੇ ਯੂਨੀਵਰਸਿਟੀ ਵਿੱਚ ਇਹ ਉਪਲਬਧ ਵੀ ਹੈ, ਤੁਸੀਂ ਲੈ ਸਕਦੇ ਹੋ। ਆਮ ਕਰਕੇ ਨਾਲ ਦੁਆਰਾ ਇਹ ਦੇ ਦਿੱਤਾ ਜਾਂਦਾ ਚੁੰਬਕ, ਅਤੇ ਇੱਥੇ ਦੂਜੇ ਪੇਟ 'ਤੇ ਆ ਕੇ ਸੈੱਟ ਹੋ ਜਾਂਦਾ। ਅਤੇ ਇਹ ਬਹੁਤ ਹੀ ਪ੍ਰਮੁੱਖ ਜਿਹੜਾ ਰੋਲ ਹੈ ਇਹਦਾ ਹੈਗਾ ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ, ਇਸ ਬਿਮਾਰੀ ਨੂੰ ਰੋਕਣ ਲਈ, ਜੋ ਕਿ ਜਾਨਵਰਾਂ ਦੇ ਵਿੱਚ ਉਹਨਾਂ ਦੀ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ ਬਹੁਤ ਹੀ ਬੁਰੇ ਤਰੀਕੇ ਦੇ ਨਾਲ।